गुरु रू प्यारी साध संगत जी, वाहिगुरु जी का खालसा वाहिगुरु जी की फतेह। प्रोफैसर पूरन सिंह जी ਦੀ ਕਮੋਲਕ ਲਿਖਤ ਚੁੱਪ ਪ੍ਰੀਤ ਦਾ ਸ਼ਹਿਨशाह व्यापारी ਦਾ ਅਗਲਾ ਹਿੱਸਾ ਉਹ ਪਿਆਰ ਨਾਲ ਸਰਵਣ ਕਰੀਏ ਜੀ। ਮਕਾਨ ਦੇ ਜ਼ਨਾਨੇ ਹਿੱਸੇ ਵਿੱਚ ਹੀ ਇੱਕ ਨੌਕਰਾਂ ਦਾ ਨਿੱਕਾ ਜਿਹਾ ਪਾਸਾ ਸੀ, ਜਿੱਥੇ ਇੱਕ ਕਮਰੇ ਵਿੱਚ ਤਾਂ ਸ਼ਿਰਨੀ ਰਹਿੰਦੀ ਸੀ ਤੇ ਇੱਕ ਹੋਰ ਵਿੱਚ ਨੌਕਰ ਰਾਤ ਦੇ ਕੰਮ ਕਾਜ ਲਈ ਪਹਿਰੇ ਉੱਤੇ ਹੋਣ ਰਹਿੰਦੇ ਸਨ। ਉਸ ਰਾਤ ਸ਼ਿਰਨੀ, ਸ਼ਹੂਰਾ ਤੇ ਇੱਕ ਹੋਰ ਨੌਕਰਾਣੀ ਸਭ ਉਹਨਾਂ ਕਮਰਿਆਂ ਵਿੱਚ ਹੀ ਹਾਜ਼ਰ ਸਨ। ਉਹਨਾਂ ਵਿੱਚ ਵੀ ਅੱਗ ਬਾਲੀ ਹੋਈ ਸੀ ਤੇ ਉਹ ਸੇਕਦੇ ਤੇ ਗੱਲਾਂ ਕਰਦੇ ਹਨ। ਸ਼ਿਰਨੀ: ਕਿਉਂ ਸ਼ਹੂਰਾ, ਸਾਡੇ ਮਾਲਕ ਦੇ ਆਉਣ ਨਾਲ ਤਾਂ ਸਾਡੇ ਘਰ ਅੱਜ ਉਹ ਖੁਸ਼ੀ ਆਈ ਹੈ ਜਿਹੜੀ ਕਿਸੇ ਨਵੇਂ ਰੱਬ ਦੇ ਸੁੱਚੇ ਬੰਦੇ ਦੇ ਸਜਰੇ ਮਿਲਾਪ ਵਿੱਚ ਹੁੰਦੀ ਹੈ। ਸ਼ਹੂਰਾ: ਸ਼ਿਰਨੀਏ, ਤੂੰ ਤਾਂ ਪੋਸਤੀਨ ਪਾ ਕੇ ਮੁੜ ਹਿੰਦੂ ਬਣ ਗਈ ਹੈ ਤੇ ਗੱਲਾਂ ਕਰਦੀ ਹੈ ਮਥਰਾ ਦੇ ਕਾਫਰਾਂ ਵਾਂਗ। ਤੇਰੇ ਅੰਦਰ ਅੱਧਾ ਲਹੂ ਹਿੰਦੂ ਹੈ ਹੀ ਨਾ, ਆਖਿਰ ਅੱਧੀ ਹਿੰਦੁਸਤਾਨ ਹੈ। ਤੈਨੂੰ ਬਸ ਮਜ਼ਹਬ ਦੀਆਂ ਗੱਲਾਂ ਹੀ ਸੁਝਦੀਆਂ ਹਨ। ਅਸਾਂ ਗਰੀਬਾਂ ਦਾ ਕੀ ਮਜ਼ਹਬ, ਬਸ 2 ਟੁਕੜੇ ਗੋਗੀ ਦੇ। ਇਹ ਸਭ ਅਮੀਰਾਂ ਦੀਆਂ ਚੀਜ਼ਾਂ ਹਨ। ਮੁਸਲਮਾਨ ਅਮੀਰ ਮੁਸਲਮਾਨ ਗਰੀਬਾਂ ਨੂੰ ਕਿਵੇਂ ਨਹੀਂ ਕੋਸਦੇ, ਪਰ ਬੰਦ ਮੁਲਕਾਂ ਦਾ ਕਿੰਜ ਕਰਦੇ ਹਨ। ਗਰੀਬਾਂ ਦੀ ਛਾਤੀ ਤੇ ਮੂੰਗ ਦਲਣ ਹੁੰਦੇ ਹਨ ਤੇ ਫਿਰ ਸਪਾਰੇ ਪੜਦੇ ਹਨ। ਨਹੀਂ ਭਾਈ, ਮੈਂ ਠੁੱਲਾ ਜਿਹਾ ਆਦਮੀ ਹਾਂ, ਮੈਨੂੰ ਤਾਂ ਨਮਾਜ਼ ਲਈ ਕਦੀ ਚਿੱਟੇ ਲੀੜੇ ਵੀ ਨਹੀਂ ਲੱਭੇ। ਇੱਕ ਦਿਨ ਲੱਭਦੇ ਹਨ ਤਾਂ 2 ਦਿਨ ਨਹੀਂ ਲੱਭਦੇ। ਬਸ 2 ਗੋਗੀਆਂ ਖਾਧੀਆਂ ਤੇ ਲੰਮੀ ਤਾਣ ਸੁੱਤੇ। ਅਸੀਂ ਤਾਂ ਹੀ ਇੰਨੇ ਕੋ ਮਜ਼ਹਬ ਨੂੰ ਸਮਝਦੇ ਹਾਂ, ਬਾਕੀ ਗੱਲਾਂ ਹੀ ਹਨ ਨਾ। ਅੱਲਾ ਕਿਸ ਡਿੱਠਾ ਹੈ, ਜਿਸ ਕੀ ਲਾਠੀ ਤਿਸ ਕੀ ਭੈਂਸ। ਭੈਂਸ ਦਾ ਰੱਬ ਪਤਾ ਨਹੀਂ ਕਿੱਥੇ ਹੈ। ਸ਼ਿਰਨੀ: ਸ਼ਹੂਰੀਆ, ਤੂੰ ਤਾਂ ਬੇਸ਼ਹੂਰੀਆਂ ਗੱਲਾਂ ਕਰਨ ਲੱਗ ਪਿਓ। ਤੈਨੂੰ ਮਾਲਕ ਦੇ ਆਉਣ ਦੀ ਖੁਸ਼ੀ ਨਹੀਂ। ਸ਼ਹੂਰਾ: ਕੀ ਖੁਸ਼ੀ ਸੜੀਏ, ਹਿੰਦੂ ਜਿਹਾ ਲੱਗਦਾ ਹੈ, ਕਾਫਰ ਹੈ, ਨਾ ਰੋਜ਼ਾ ਨਾ ਨਮਾਜ਼ ਨਾ ਕਲਮਾ। ਸ਼ਿਰਨੀ: ਪਰ ਹੈ ਤਾਂ ਮੁਸਲਮਾਨ ਬੇਸ਼ਹੂਰੀਆ। ਸ਼ਹੂਰਾ: ਹਾਂ, ਇਹ ਤਾਂ ਠੀਕ ਹੈ ਤਾਂ ਮੁਸਲਮਾਨ। ਸ਼ਿਰਨੀ: ਤੂੰ ਬੜਾ ਨਮਕ ਹਰਾਮ ਹੈ। ਸ਼ਹੂਰਾ: ਸੜੀਏ, ਮੈਂ ਤਾਂ ਆਪਣੇ ਢਿੱਡ ਦਾ ਚਾਕਰ ਹਾਂ, ਮੈਨੂੰ ਤਾਂ ਭੁੱਖ ਹੀ ਨਹੀਂ ਸਾਹ ਲੈਣ ਦੇਂਦੀ। ਸ਼ਿਰਨੀ: ਰੱਬ ਸਭ ਨੂੰ ਦੇਂਦਾ ਹੈ। ਸ਼ਹੂਰਾ: ਸਭ ਨੂੰ ਨਹੀਂ, ਆਪਣੇ ਨੂੰ ਦੇਂਦਾ ਹੈ। ਸ਼ਿਰਨੀ: ਸਭ ਉਹਦੇ ਆਪਣੇ ਹਨ। ਸ਼ਹੂਰਾ: ਨਹੀਂ। ਸ਼ਿਰਨੀ: ਤਾਂ ਫਿਰ ਕਿਹੜੇ? ਸ਼ਹੂਰਾ: ਜੰਗਲ ਤੱਕੇ ਨਹੀਂ ਨਾ, ਉਹ ਬੂਟੇ ਤੇ ਬੂਟੀਆਂ ਜਿਹੜੀਆਂ ਜ਼ਮੀਨ ਵਿੱਚ ਗੱਡੀਆਂ ਹੁੰਦੀਆਂ ਹਨ, ਜਿਨ੍ਹਾਂ ਦੀਆਂ ਜੜ੍ਹਾਂ ਅੰਦਰ ਹੁੰਦੀਆਂ ਹਨ, ਉਹ ਤਾਂ ਜੀਂਦੀਆਂ ਹਨ। ਪੱਥਰਾਂ ਵਿੱਚ ਵੀ ਉਹਨਾਂ ਦੀ ਗੋਗੀ ਅੱਲਾ ਨੇ ਜ਼ਰੂਰ ਰੱਖੀ ਦਿਸਦੀ ਸੀ, ਪਰ ਜਿਹੜੇ ਆਪਣੀਆਂ ਜੜ੍ਹਾਂ ਪੱਟ ਬਾਹਰ ਹੋ ਜਾਂਦੇ ਹਨ, ਉਹ ਸੁੱਕ ਜਾਂਦੇ ਹਨ। ਉਹਨਾਂ ਨੂੰ ਰੱਬ ਗੋਗੀ ਨਹੀਂ ਦਿੰਦਾ, ਉਹ ਬਾਲਣ ਬਣਦੇ ਹਨ। ਇਹ ਤੂੰ ਹੀ ਸਾੜ ਰਹੀ ਹੈ। ਸ਼ਿਰਨੀ: ਸ਼ਹੂਰਾ, ਗੱਲ ਤਾਂ ਡਾਢੀ ਚੰਗੀ ਕਹੀ ਹੈ, ਪਰ ਬੰਦੇ ਤਾਂ ਸਾਰੇ ਰੱਬ ਦੇ ਹਨ। ਸ਼ਹੂਰਾ: ਨਹੀਂ। ਸ਼ਿਰਨੀ: ਕਿੰਜ? ਸ਼ਹੂਰਾ: ਬਸ ਉਹ ਉਹਦੇ ਹਨ ਜਿਹੜੇ ਉਸ ਵਿੱਚ ਗੱਡੇ ਖੜੇ ਹਨ। ਇਹ ਗੱਲ ਮੈਨੂੰ ਸਾਈਂ ਅੱਲਾ ਉਹਦਾ ਭਲਾ ਕਰੇ ਸ਼ਾਹ ਦਿਲਗੀਰ ਨੇ ਦੱਸੀ ਹੈ। ਸ਼ਿਰਨੀ: ਤਾਂ ਤੂੰ ਰੋਟੀ ਦੇ ਫਿਕਰ ਵਿੱਚ ਕਿਉਂ ਹੈ? ਤੂੰ ਗੱਡੀਜ ਜਾ, ਹੁਣ ਤਾਂ ਗੰਗਾ ਵਗ ਖਲੋਤੀ ਹੈ। ਸ਼ਹੂਰਾ: ਸ਼ਾਹ ਦਿਲਗੀਰ ਵੀ ਗੱਲਾਂ ਬੜੀਆਂ ਦਸੀਆਂ ਹਨ, ਮਗਜ਼ ਭਰ ਸੁੱਟਿਆ ਸੂ, ਪਰ ਮੇਰੀਆਂ ਜੜ੍ਹਾਂ ਰੱਬ ਦੀ ਛਾਤੀ ਵਿੱਚ ਗੱਡੀਆਂ ਨਹੀਂ ਜਾ ਸਕੀਆਂ, ਸੋ ਮੈਂ ਕੀ ਕਰਾਂ। ਤੇ ਤੂੰ ਖਤਰਾਣੀ ਆਪਣੀ ਬੋਲੀ ਭੁੱਲਦੀ ਨਾ ਹੈ। ਮੁੜ ਗੰਗਾ ਤੇ ਗੰਗਾ, ਅਸਾਂ ਮੁਸਲਮਾਨਾਂ ਨੂੰ ਗੰਗਾ ਨਾਲ ਕੀ? ਸਾਨੂੰ ਤਾਂ ਕੋਈ ਗੌਸ ਵਲੀ, ਕੋਈ ਪੀਰ, ਕੋਈ ਔਲੀਆ ਮਿਲੇ ਤਾਂ ਹੀ ਕੁਛ ਬਣੇ ਨਾ। ਮਾਲਕ ਸਾਡਾ ਕਾਫਰ ਹੈ, ਸਾਨੂੰ ਪਤਾ ਹੈ, ਪਰ ਉਹਦਾ ਨਮਕ ਖਾਂਦੇ ਹਾਂ। ਹੈ ਉਹ ਮੁਸਲਮਾਨ, ਸੋ ਮੂੰਹ ਸਾਡਾ ਬੰਦ ਹੈ। ਸ਼ਿਰਨੀ: ਵਾਹ ਵਾਹ ਸ਼ਹੂਰਾ, ਬੜਾ ਚਿਰ ਇਕੱਠੇ ਦਿਨ ਕੱਟੇ ਹਨ। ਆ ਤੈਨੂੰ ਤਾਂ ਨਿੱਕੇ ਜਿਹੇ ਬਾਲ ਬੂਟੇ ਨੂੰ ਤਾਂ ਰੱਬ ਧਰਤੀ ਵਿੱਚ ਗੱਡ ਦੇਵਾਂ ਹਾਂ। ਸ਼ਹੂਰਾ: ਕਿਸ ਤਰ੍ਹਾਂ? ਸ਼ਿਰਨੀ: ਤੱਕੀ ਨਾ, ਮੇਰੀ ਅੱਖ ਬੈਠਿਆਂ ਬੈਠਿਆਂ ਹੋਣੇ ਲੱਗ ਗਈ ਸੀ
ਤੇ ਮੈਂ ਮੁੜ ਸਵਾਣੀ ਦੇ ਕਮਰੇ ਵਿੱਚ ਖੜੀ ਹਾਂ। ਦੋਵੇਂ ਕੂਕ ਸੁੱਤੇ ਹੋਏ ਸਨ। ਸ਼ਹੂਰਾ, ਪਰ ਤੂੰ ਮੁੜ ਉੱਥੇ ਗਈ ਹੀ ਨਹੀਂ। ਸ਼ਿਰਨੀ, ਓਏ ਮੈਂ ਸੁਪਨੇ ਦੀ ਗੱਲ ਕਰਦੀ ਹਾਂ। ਸ਼ਹੂਰਾ, ਪਰ ਤੂੰ ਤਾਂ ਜਾਗਦੀ ਪਈ ਹੈ। ਸ਼ਿਰਨੀ, ਓਏ ਇੱਕ ਨੀਂਦਰ ਦੇ ਸੁਪਨੇ ਹੁੰਦੇ ਹਨ, ਇੱਕ ਜਾਗਦੇ ਸੁਪਨੇ ਹੁੰਦੇ ਹਨ। ਸ਼ਹੂਰਾ, ਅੱਛਾ ਚੰਗਾ ਦੱਸ। ਸ਼ਿਰਨੀ, ਮੈਂ ਕੀ ਤੱਕਦੀ ਹਾਂ ਕਿ ਉਹਨਾਂ ਦਾ ਕਮਰਾ ਨੂਰ ਦੇ ਬਣੇ ਫਰਿਸ਼ਤਿਆਂ ਨਾਲ ਭਰਿਆ ਪਿਆ ਹੈ ਤੇ ਇੱਕ ਦਾ ਹੱਥ ਸਾਡੇ ਮਾਲਕ ਦੇ ਸਿਰ ਤੇ ਹੈ, ਇੱਕ ਉਹਦੇ ਕੇਸਾਂ ਨੂੰ ਆਪਣੇ ਹੱਥ ਵਿੱਚ ਲੈ ਉਛਾਲ ਰਿਹਾ ਹੈ ਤੇ ਇੱਕ ਸਾਡੀ ਸੁੱਤੀ ਹੋਈ ਸਵਾਣੀ ਦੇ ਸਿਰਹਾਣੇ ਖੜਾ ਕਹਿੰਦਾ ਹੈ, ਮਰੇਗੀ ਨਹੀਂ, ਆਪਣੀ ਹੈ। ਇਹਨਾਂ ਗੱਲਾਂ ਦੀ ਮੈਨੂੰ ਕੋਈ ਸਮਝ ਨਹੀਂ ਪਈ, ਪਰ ਦੇਖੇ ਜ਼ਰੂਰ ਮੈਂ। ਗੱਲਾਂ ਵੀ ਉਹਨਾਂ ਦੀਆਂ ਇਉਂ ਸੁਣੀਆਂ ਤੇ ਇਹਨਾਂ ਕੰਨਾਂ ਨਾਲ ਸੁਣੀਆਂ। ਪਰ ਜਦੋਂ ਟੁਰ ਗਏ ਤਦ ਇੱਕ ਮਹੀਨ ਬਰੀਕ ਰਾਗ ਹੋਇਆ ਜਿਹਦੇ ਬੋਲ ਮੈਨੂੰ ਕੋਈ ਪਤਾ ਨਹੀਂ ਲੱਗੇ, ਪਰ ਸੁਰਾਂ ਦੀ ਥਰਥਰਾਹਟ ਨਾਲ ਕਮਰਾ ਸਾਰਾ ਇੱਕ ਰੂਹ ਹੋ ਰਿਹਾ ਸੀ। ਉਹ ਸਵਾਦ ਮੇਰੇ ਜਿਸਮ ਨੂੰ ਨਹੀਂ ਭੁੱਲਦਾ। ਜਿਸਮ ਮੇਰਾ ਦਿਮਾਗ ਬਣ ਗਿਆ ਹੈ ਜਿਹੜਾ ਅਚਰਜ ਸਵਾਦ ਚੱਖ ਰਿਹਾ ਹੈ। ਹੁਣ ਮੈਂ ਜਾਗ ਪਈ ਹਾਂ, ਪਰ ਮੇਰੇ ਵਾਲ ਵਿੱਚ ਉਹ ਸਰਾਂ ਅਟਕੀਆਂ ਖਲੋਤੀਆਂ ਹਨ। ਸ਼ਹੂਰਾ, ਤੈਨੂੰ ਨਹੀਂ ਸੁਣਾਈ ਦਿੰਦੀਆਂ? ਸ਼ਹੂਰਾ, ਨਹੀਂ। ਸ਼ਿਰਨੀ, ਸੁਣ। ਸ਼ਹੂਰਾ, ਤੇਰੇ ਸੁਪਨੇ ਦੇ ਰਾਗ ਮੇਰੇ ਕੰਨ ਕਿੰਜ ਸੁਣ ਸਕਦੇ ਹਨ? ਸ਼ਿਰਨੀ, ਨਹੀਂ ਸ਼ਹੂਰਾ, ਸੁਣ, ਤੈਨੂੰ ਸੁਣਾਈ ਦੇਣਗੇ। ਸ਼ਹੂਰਾ, ਮੈਂ ਜੋ ਕਿਹਾ, ਇੰਨੀਆਂ ਨਸਲਾਂ ਮੁਸਲਮਾਨੀ ਬਾਅਦ ਵੀ ਆਖਿਰ ਉਹ ਹਿੰਦੂ ਖੂਨ ਤੈਨੂੰ ਸਾਹ ਨਹੀਂ ਲੈਣ ਦਿੰਦਾ। ਮੁਸਲਮਾਨ ਜਬਰ ਨਾ ਕਰਦੇ ਤਦ ਸਾਰੀ ਦੁਨੀਆ ਇਸ ਵੇਲੇ ਹੋਰ ਸਾਰੇ ਮਜ਼ਹਬ ਭੁੱਲ ਜਾਂਦੀ। ਪਰ ਹੋਸ਼ ਲੋਕੀ ਸਨ ਨਾ, ਰੂਹਾਂ ਤੇ ਜਬਰ ਕਿੰਜ ਚੱਲੇ? ਜਿਸਮ ਤਾਂ ਜਬਰ ਨਾਲ ਬੰਨ ਲਏ। ਖੈਰ ਸ਼ਿਰਨੀਏ, ਲਾ ਲੈ ਜ਼ੋਰ, ਮੈਨੂੰ ਤੇਰਾ ਸੁਪਨਾ ਕਿੰਜ ਦਿਸੂ? ਸ਼ਿਰਨੀ, ਨਹੀਂ ਵੀਰ, ਦਿਸੂ, ਮੈਂ ਜੋ ਕਹਿਨੀ ਹਾਂ। ਸ਼ਹੂਰਾ, ਅੱਛਾ ਭਾਈ, ਸੁਣਨ ਦੀ ਚਾਹ ਕਰਦਾ ਹਾਂ। ਸ਼ਿਰਨੀ, ਚੰਗਾ ਸੁਣ। ਸ਼ਿਰਨੀ ਦੀਆਂ ਅੱਖਾਂ ਬੰਦ ਹੋ ਗਈਆਂ, ਆਪਣੇ ਬਿਸਤਰੇ ਵਿੱਚ ਬੈਠੀ ਹੈ। ਕੜਕ ਕਰਕੇ ਬਿਨਾਂ ਉਹਦੀ ਮਰਜ਼ੀ ਦੇ ਸੁਰਤ ਇਕਾਗਰ ਹੋਈ, ਜਿਵੇਂ ਕਿਸੇ ਫਰਿਸ਼ਤੇ ਨੇ ਹੱਥ ਨਾਲ ਪਕੜ ਕੇ ਕੇਸਾਂ ਦੇ ਜੂੜੇ ਵਾਂਗ ਖਿੱਚ ਕੇ ਆੜਾ ਬੰਨ੍ਹ ਦਿੱਤਾ ਹੈ। ਸੁਰਤ ਨੂੰ ਇਕਾਗਰ ਕਰਨ ਵਾਲੇ ਲੋਕਾਂ ਨੂੰ ਪਤਾ ਹੈ ਕਿ ਕੇਸਾਂ ਦਾ ਜੂੜਾ ਇਕੱਠੀ ਸੁਰਤ ਦੇ ਜੂੜੇ ਦੀ ਉੱਪਰਲੀ ਮੋਹਰ ਹੈ। ਕੋਈ ਆਉਂਦਾ ਹੈ ਤੇ ਲੋੜ ਵੇਲੇ ਆਪਣੀ ਹੱਥੀ ਸੁਰਤ ਨੂੰ ਕੰਗਾ ਕਰਕੇ ਖਿੱਚ ਕੇ ਉੱਪਰ ਬੰਨ੍ਹ ਦਿੰਦਾ ਹੈ। ਕਿਸੇ ਵੇਲੇ ਪੀੜ ਵੀ ਹੁੰਦੀ ਹੈ ਤੇ ਕੜਾਕਾ ਵੱਜਦਾ ਹੈ, ਤੇ ਜਿਸ ਹਾਲਤ ਨੂੰ ਪਤੰਜਲ ਜੀ ਇੱਕ ਰਿਆਜ਼ੀ ਦੇ ਸਵਾਲ ਵਾਂਗੂ ਪੇਸ਼ ਕਰਦੇ ਹਨ, ਉਹ ਕੋਈ ਅਗੰਮੀ ਗੱਲ ਹੈ। ਅਗੰਮੀ ਮਹਾਂਪੁਰਖ ਅੰਦਰ ਆ ਮਲਕੜੇ ਹੀ ਚਿੱਲੇ ਚਾਹਤ ਜਾਂਦਾ ਹੈ। ਕਮਾਨ ਵਾਂਗ ਸੁਰਤ ਕੱਸੀ ਜਾਂਦੀ ਹੈ ਤੇ ਇੱਕ ਖਿਣ ਲਈ ਭਾਵੇਂ ਸਾਧਾਰਨ ਆਦਮੀ ਹੀ ਹੋਵੇ, ਸਮਰੱਥ ਪੁਰਖ ਕਿਸੇ ਦੀ ਕਮਾਨ ਹੋ ਜਾਂਦਾ ਹੈ। ਤੇ ਜੇ ਕੋਈ ਸੰਕਲਪ ਉਸ ਅਫੁਰ ਅਵਸਥਾ ਵਿੱਚ ਫੁਰੇ, ਉਹ ਤੀਰ ਵਾਂਗ ਜਾ ਨਿਸ਼ਾਨੇ ਤੇ ਵੱਜਦਾ ਹੈ। ਇਹ ਤੀਰ ਕਮਾਨ ਤਲਵਾਰ ਦੀਆਂ ਖੇਡਾਂ ਅੰਦਰ ਸੁਰਤ ਦੀਆਂ ਖੇਡਾਂ ਦੇ ਚਿੰਨ੍ਹ ਹਨ। ਇਉਂ ਕੜਕ ਹੋਈ ਤੇ ਸ਼ਿਰਨੀ ਦੀ ਸੁਰਤ ਅੰਦਰ ਵੱਲ ਚੱਕਰ ਖਾ ਆਕਾਸ਼ ਦੀ ਸੈਲਾਨੀ ਹੋ ਗਈ। ਬੈਠੀ ਹੈ ਪਰ ਉੱਡ ਰਹੀ ਹੈ। ਅੱਖਾਂ ਬੰਦ ਹਨ, ਅਥਰੂ ਆਨੰਦ ਦੇ ਡਿੱਗ ਰਹੇ ਹਨ। ਬੇਹੋਸ਼ ਬੈਠੀ ਹੈ, ਪਰ ਰੋਮ ਰੋਮ ਵਿੱਚ ਇਲਾਹੀ ਸੁਰਾ ਸੁਣਿਆਂ ਦਾ ਅਲਾਪ ਹੈ। ਮੰਨੇ ਦੀ ਹਾਲਤ ਵਿੱਚ ਆਪ ਮਗਨ ਹੈ। ਉਹ ਕਿਸੇ ਦੀ ਮਦਦ ਦੁਆਰਾ ਅਰੂੜ ਚੜ ਬੈਠੀ ਹੈ। ਉਧਰ ਸ਼ਹੂਰੇ ਦੀਆਂ ਅੱਖਾਂ ਬੰਦ ਹੋਈਆਂ ਹਨ। ਚੁੱਪ ਮਸਤੀ ਉਸ ਪਰ ਛਾ ਰਹੀ ਹੈ, ਜਿਵੇਂ ਕਿਸੇ ਮੁਰਸ਼ਿਦ ਨੇ ਚਪੇੜ ਮਾਰ ਅਕਲ ਦਾ ਵਿੰਗ ਕੱਢ ਦਿੱਤਾ ਹੈ ਤੇ ਉਹਦੀ ਸੁਰਤ ਦਾ ਮੂੰਹ ਸਿੱਧਾ ਕਰਕੇ ਛੱਡਿਆ ਹੈ। ਦੋ ਬੁੱਤ ਹੋਏ ਕਿਸੇ ਦੀਆਂ ਕਠਪੁਤਲੀਆਂ ਬਣੇ ਬੈਠੇ ਹਨ, ਜਿਵੇਂ ਸੱਚਮੁੱਚ ਚੁੱਪ ਦਾ ਕੋਈ ਰਾਗ ਹੈ, ਜਿਸ ਦੇ ਸਵਾਦ ਨੇ ਧੜਕਦੀਆਂ ਜਿੰਦਾਂ ਨੂੰ ਅਹਿਲ ਖੁਸ਼ੀ ਦੇ ਬੇਜਾਨ ਬੁੱਤ ਬਣਾ ਦਿੱਤਾ ਹੈ। ਸ਼ਹੂਰੇ ਜਿਹਾ ਖੁਰਦਰਾ ਠੁੱਲਾ ਮਨੁੱਖ ਵੀ ਉਸ ਸਵਾਦ ਵਿੱਚੋਂ ਹਿਲ ਨਹੀਂ ਸਕਦਾ। ਉਸ ਚੁੱਪ ਨੂੰ ਸੁਣ ਰਿਹਾ ਹੈ। ਉਹਦੇ ਰੂਹ ਦੇ ਕੰਨ ਉਸ ਧੁਨੀ ਦੇ ਸਵਰ ਕਾਂਬੇ ਵਿੱਚ ਜੁੜੇ ਹੋਏ ਹਨ ਤੇ ਸ਼ਿਰਨੀ ਚੁੱਪ ਰਾਗ ਅਲਾਪ ਰਹੀ ਹੈ। ਸੂਰਜ ਚੜ ਆਇਆ ਹੈ, ਪਰ ਮਜਾਲ ਹੈ ਕੋਈ ਚਿੜੀ ਸ਼ਿਰਨੀ ਦੀ ਉਸ ਚੁੱਪ ਵਿੱਚ ਫੜਕ ਵੀ ਸਕੇ। ਸਵਾਣੀ ਜੀ, ਕੁਝ ਸਮਝ ਨਹੀਂ ਪੈਂਦੀ, ਸ਼ਿਰਨੀ ਨੂੰ ਕੀ ਹੋ ਗਿਆ ਹੈ? ਰਾਤਾਂ ਤਾਂ ਝੱਲੀਆਂ ਗੱਲਾਂ ਕਰ ਰਹੀ ਸੀ,
ਪੋਸਤੀਨ ਪਾਉਣ ਦੀ ਢਿੱਲ ਹੋਈ ਹੈ ਕਿ ਉਹਨੂੰ ਕੁਝ ਹੋ ਗਿਆ ਹੈ? ਚਲੋ ਉਹਨੂੰ ਦੇਖੋ ਤਾਂ ਸਹੀ। ਨੂਰ ਜੀ, ਸਵਾਣੀਏ ਕੀ ਹੋਇਆ? ਕੁਛ ਨਹੀਂ, ਮਸਤ ਹੈ। ਪੋਸਤੀਨ ਦੀ ਬਹੁਮੁੱਲੀ ਖੁਸ਼ੀ ਉਹਨੂੰ ਚੜੀ ਹੋਈ ਹੈ, ਪਰ ਚੱਲ ਤੱਕੀਏ। ਸਵਾਣੀ, ਚਲੋ ਜੀ, ਉਹਦਾ ਚਿਹਰਾ ਲਾਲਾਂ ਵਾਂਗ ਭਖ ਰਿਹਾ ਹੈ ਤੇ ਇਉਂ ਸਮਾਂ ਚੌਗਿਰਦੇ ਨੂੰ ਬਣ ਰਿਹਾ ਹੈ ਜਿਵੇਂ ਕੋਈ ਰਾਗ ਅਲਾਪ ਹੋ ਰਿਹਾ ਹੋਵੇ। ਉਧਰ ਤੱਕੋ ਉਹ ਭੈੜਾ ਸ਼ਹੂਰਾ ਬੇਸ਼ਹੂਰਾ ਵੀ, ਜਿਹੜਾ ਮਜ਼ਹਬ ਨੂੰ ਫੱਟੇ ਮਾਰਦਾ ਹੁੰਦਾ ਹੈ ਤੇ ਬੜੀਆਂ ਗੱਲਾਂ ਰੋਟੀ ਪਿੱਟੀ ਦੀਆਂ ਕਰਦਾ ਰਹਿੰਦਾ ਹੈ, ਉਸੇ ਮਸਤੀ ਵਿੱਚ ਵੱਜਾ ਪਿਆ ਹੈ। ਸਾਹਮਣੇ ਬੈਠਾ ਹੈ, ਜਿਵੇਂ ਸੁਣ ਰਿਹਾ ਹੈ, ਤੇ ਮੈਂ ਵੀ ਜਦ ਵੇਖਣ ਗਈ ਤਦ ਬੂਹੇ ਨਾਲ ਸਿਰ ਲਾ ਕੇ ਕਿੰਨਾ ਚਿਰ ਖੜੀ ਰਹੀ, ਹਿੱਲਣ ਹੀ ਨਾ ਹੋਵੇ। ਗੱਲਾਂ ਹੋਠਾਂ ਤੇ ਕਹਿਣ ਨੂੰ ਆਉਣ ਦਾ ਉਦਮ ਹੀ ਨਾ ਕਰੇ। ਦਰੋ ਦੀਵਾਰ ਵਜਦ ਵਿੱਚ ਆ ਰਹੇ ਹਨ। ਮੇਰਾ ਦਿਲ ਖੁਸ਼ੀ ਵਿੱਚ ਹੈ, ਪਰ ਮਨ ਵਿੱਚ ਰੜਕ ਜ਼ਰੂਰ ਹੈ ਕਿ ਐਤਕੀ ਤੁਸੀਂ ਕੀ ਲਿਆਏ ਹੋ। ਖੁਸ਼ੀ ਘਰ ਆਈ ਹੈ, ਇੰਨਾ ਇਕਬਾਲ ਕੇ ਰੂਹ ਵਿੱਚ ਮੱਲੋ ਮੱਲੀ ਚਾਅ ਚੜ੍ਹਦਾ ਹੈ। ਕੁਛ ਹੋਰ ਯਾਦ ਹੀ ਨਹੀਂ ਆਉਂਦਾ ਕਿ ਕਦੀ ਕਿਧਰੇ ਦੁੱਖ ਦਰਦ ਵੀ ਇਸ ਦੁਨੀਆ ਵਿੱਚ ਹੈ। ਦਿਲ ਕਰਦਾ ਹੈ ਕਿ ਉੱਠੀਏ, ਆਪ ਦੀ ਖਾਤਰ ਤਵਾਜੋ ਕਰੀਏ, ਕੁਛ ਰਿੰਨ ਪਕਾ ਕੇ ਧਰੀਏ। ਪਰ ਤੱਕੋ ਇਹ ਹਾਲਤ ਸ਼ਿਰਨੀ ਦੀ ਹੈ, ਸ਼ਹੂਰੇ ਦੀ ਤੇ ਮੇਰੀ ਉਨੀ ਨਹੀਂ। ਉਸ ਪੁੱਛ ਦੀ ਰੜਕ ਕਰਕੇ ਪਰ ਮੈਨੂੰ ਖੁਸ਼ੀ ਉੱਠਣ ਨਹੀਂ ਦਿੰਦੀ। ਸਿਰ ਵਿੱਚ ਝੂਮਾਂ ਪੈ ਰਹੀਆਂ ਹਨ, ਦਿਲ ਦੀਆਂ ਪੀਂਘਾਂ ਅਸਮਾਨ ਤੇ ਚੜੀਆਂ ਹਨ, ਬਾਹਾਂ ਲਟਕਦੀਆਂ ਜਾਂਦੀਆਂ ਹਨ, ਪੈਰ ਥਿੜਕਦੇ ਜਾਂਦੇ ਹਨ। ਮੁੜ ਮੁੜ ਨਸ਼ੀਲੀ ਨੀਂਦਰ ਜਿਹੀ ਆਉਂਦੀ ਹੈ। ਇਹ ਦੁੱਖ ਦਾ ਦਾਰੂ ਕੀ ਲਿਆਏ ਹੋ? ਕੁਝ ਕਰਨ ਹੀ ਨਹੀਂ ਆਉਂਦਾ। ਮੈਂ ਉੱਠੀ ਸਾਂ ਫਜਰੀ ਕੇ ਸ਼ਿਰਨੀ ਨੂੰ ਜਗਾਵਾਂ ਤੇ ਸ਼ਹੂਰੇ ਨੂੰ ਕਹਾਂ ਕਿ ਰੋਟੀ ਪਾਣੀ ਦੇ ਆਹਰ ਲੱਗੇ, ਪਰ ਤੱਕੋ ਇਹ ਤਮਾਸ਼ਾ। ਨੂਰ ਜੀ, ਸਵਾਣੀਏ, ਮੈਂ ਜੋ ਕਿਹਾ ਸੀ ਬਰਫ਼ ਨਹੀਂ, ਮਿਹਰ ਵਸ ਰਹੀ ਹੈ। ਸਵਾਣੀ ਜੀ, ਇਹ ਕੋਈ ਭੇਦ ਵਾਲਾ ਹੀਰਾ ਲੈ ਆਏ ਹੋ, ਪਾਰਸ ਲੈ ਆਏ ਹੋ, ਜਿਸ ਦਾ ਇੰਨਾ ਅਸਰ ਹੈ? ਨੂਰ ਜੀ, ਸਵਾਣੀਏ, ਹੀਰੇ ਤੇ ਪਾਰਸ ਅਸਰਾਂ ਨੂੰ ਜਜ਼ਬ ਕਰਦੇ ਹਨ ਤੇ ਅੱਗੇ ਦਿੰਦੇ ਹਨ। ਅਸਰ ਪੈਦਾ ਕਰਨ ਵਾਲੇ ਕੋਈ ਕਰਤਾਰ ਤਾਂ ਨਹੀਂ। ਸਵਾਣੀ, ਫਿਰ ਦੱਸੋ ਨਾ ਕੀ ਭੇਦ ਹੈ? ਨੂਰ ਜੀ, ਪਿਆਰੀ ਜੀ, ਆਪ ਉੱਤੇ ਹਾਲਤ ਵਾਰਦ ਹੋ ਚੁੱਕੀ ਹੈ। ਹੁਣ ਦੇਖੋ, ਸਾਹਮਣੇ ਸ਼ਿਰਨੀ ਤੇ ਸ਼ਹੂਰਾ ਫਟੇ ਪਏ ਹਨ, ਨਹੀਂ ਪਾਕ ਹੋਏ ਪਏ ਹਨ, ਮੁਕੰਮਲ ਅਵਸਥਾ ਵਿੱਚ ਚੜੇ ਬੈਠੇ ਹਨ। ਸਵਾਣੀ, ਠੀਕ ਹੈ ਜੀ, ਮੇਰਾ ਤਾਂ ਲੂੰ ਲੂੰ ਕਿਸੇ ਹਿਆਤੀ ਵਿੱਚ ਡੁੱਬਿਆ ਪਿਆ ਹੈ। ਮੈਂ ਤਾਂ ਆਪਣੇ ਆਪ ਨੂੰ ਮੁੜ ਆਪਣੇ ਕੁਵਾਰਾਪਨ ਦੀ ਆਵਣਤਾ ਤੇ ਮਾਸੂਮਤਾ ਤੇ ਸੁੱਚ ਜੋਸ਼ ਵਿੱਚ ਦੇਖ ਰਹੀ ਹਾਂ। ਮੈਂ ਤਾਂ ਇੱਕ ਤਰ੍ਹਾਂ ਦੀ ਦੂਜੀ ਹਿਆਤੀ ਵਿੱਚ ਅਪੜ ਪਈ ਹਾਂ। ਮੁੜ ਜਵਾਨੀ ਫੁੱਟਣ ਨੂੰ ਫਿਰਦੀ ਹੈ। ਮੇਰੇ ਅੰਗਾਂ ਵਿੱਚ ਹਰਨੋਟੀਆਂ ਦੀਆਂ ਛਾਲਾਂ ਜਾਗ ਰਹੀਆਂ ਹਨ, ਪਰ ਸਵਾਦ ਵਿੱਚ, ਨਿਸਲਤਾ ਵਿੱਚ, ਸੁੱਖ ਕੜੀ ਨਾਲ ਜਕੜੀ ਬੇਬਸ ਮੁਰਦਾ ਜ਼ਿੰਦਾ ਮਈ ਹਾਂ। ਨੂਰ ਜੀ, ਬਸ ਸਵਾਣੀਏ, ਜੋ ਕੁਛ ਭੇਤ ਵਾਲੀ ਗੱਲ ਹੈ ਉਹ ਇਹ ਹੈ, ਬਾਕੀ ਕਦੀ ਅੱਗੇ ਦੀ ਗੱਲ ਹੈ। ਕਹਾਣੀ ਦਾ ਸਵਾਦ ਨਹੀਂ ਰਹਿੰਦਾ ਜੇ ਪਹਿਲਾ ਕਾਂਡ ਵਿੱਚ ਹੀ ਸਭ ਪ੍ਰਸ਼ਨ ਹੱਲ ਕਰ ਦੇਈਏ। ਸੋ ਇਹ ਜ਼ਿੰਦਗੀ ਹੈ ਤੇ ਇੱਥੇ ਪਹਿਲਾ ਕਾਂਡ ਹੀ ਪੜ੍ਹਨਾ ਉਚਿਤ ਹੈ। ਸਵਾਣੀ, ਪਿਆਰੇ ਜੀ, ਪਰ ਮੈਨੂੰ ਦੱਸ ਦਿਓ, ਜ਼ਰੂਰ ਦੱਸੋ। ਨੂਰ ਜੀ, ਪਿਆਰੀ ਜੀ, ਬਸ ਇਹੋ ਕੁਛ ਹੈ। ਸਵਾਣੀ, ਅੱਛਾ, ਤੁਸੀਂ ਇੱਕ ਹੁੰਦੇ ਹੋ ਨਾ ਸਹੀ, ਪਰ ਤੱਕੋ ਸ਼ਿਰਨੀ ਬੈਠੀ ਹੈ। ਸ਼ਿਰਨੀ ਤੇ ਸ਼ਹੂਰਾ ਉਵੇਂ ਹੀ ਬੈਠੇ ਸਨ ਜਿਵੇਂ ਉਸ ਘੜੀ ਉਹਨਾਂ ਦਾ ਰੂਹ ਜੁੜਿਆ ਸੀ। ਸ਼ਿਰਨੀ ਦੀਆਂ ਬਰਫ਼ ਚਿੱਟੀਆਂ ਗੱਲਾਂ ਤੇ ਗਰਮ ਅਥਰੂ ਕਰ ਰਹੇ ਹਨ। ਸੂਰਜ ਦੀਆਂ ਲਾਲੀਆਂ ਸਫੈਦੀਆਂ ਵਿੱਚ ਚਮਕ ਰਹੀਆਂ ਸਨ। ਹਾਂ, ਬਰਫ਼ਾਂ ਵਿੱਚ ਗਰਮ ਪਾਣੀ ਦੇ ਚਸ਼ਮੇ ਖੋਲ੍ਹਦੇ ਹਨ, ਪਰ ਬੜੀਆਂ ਉਚਾਈਆਂ ਤੇ। ਪਰ ਹਾਲੇ ਤੱਕ ਉੱਥੇ ਕਮਾਲ ਦੀ ਚੁੱਪ ਸੀ। ਆਪਣੇ ਅੰਦਰ ਦੇ ਲਹੂ ਦੇ ਗੇੜੇ ਦੀ ਛਾਂ ਛਾਂ ਉੱਥੇ ਖੜੇ ਹੋ ਸਪਸ਼ਟ ਸੁਣਾਈ ਦਿੰਦੀ ਸੀ। ਤੇ ਜ਼ਰਾ ਹੋਰ ਨੇੜੇ ਸ਼ਿਰਨੀ ਪਾਸ ਜਾ ਖੜ ਹੋਈਏ
ਤਦ ਇੱਕ ਅੰਦਰ ਨਾਦ ਸੁਣਾਈ ਦੇਣ ਲੱਗ ਜਾਂਦਾ ਸੀ। ਇਉਂ ਜਾਪਦਾ ਸੀ ਕਿ ਕੋਈ ਆ ਕੇ ਆਵਾਜ਼ ਦੇ ਰਿਹਾ ਹੈ, ਤੇ ਆਵਾਜ਼ ਨਾਲ ਅੰਦਰ ਦੇ ਆਸਮਾਨ ਇਉਂ ਗੂੰਜਣ ਲੱਗਦੇ ਸਨ ਜਿਵੇਂ ਕਿਸੇ ਗੁੰਬਦ ਵਿੱਚ ਕੋਈ ਰਾਗ ਦੀ ਸੱਦ ਹੋਵੇ। ਪਰ ਨਾ ਸ਼ਿਰਨੀ, ਨਾ ਸ਼ਹੂਰੇ, ਨਾ ਸਵਾਣੀ ਨੂੰ ਉਸ ਆਵਾਜ਼ ਦੀ ਆਵਾਜ਼ ਸੁਣਾਈ ਦਿੰਦੀ ਸੀ। ਉਹਨਾਂ ਨੂੰ ਕੇਵਲ ਥਰਥਰਾਹਟ ਆਉਂਦੀ ਸੀ, ਜਿਹੜੀ ਉਹਨਾਂ ਦੇ ਦਿਲ ਦੀ ਕਿੰਗਰੀ ਤੇ ਆ ਵੱਜਦੀ ਸੀ, ਤੇ ਉਹਨਾਂ ਦੇ ਦਿਲ ਸੋਹਣੀ ਚੁੰਬਿਤ ਚੁੱਪ ਵਿੱਚ ਅਸਗਾਹ ਆਨੰਦ ਨੂੰ ਸਿਜਦਾ ਕਰਦੇ ਸਨ। ਰੋਮ ਰੋਮ ਪੁਕਾਰ ਰਿਹਾ ਸੀ, ਪਰ ਬੇਅਖਰੀ ਆਵਾਜ਼ ਸੀ। ਖੁਸ਼ੀ ਦੇ ਸੋਮੇ ਵਾਲ ਵਾਲ ਫੁੱਟ ਰਹੇ ਸਨ, ਪਰ ਹਾਲਤ ਅਕਹਿ ਸੀ। ਘਰ ਵਾਲਾ ਅੱਗੇ ਵਧ ਗਿਆ, ਸਵਾਣੀ ਪਿੱਛੇ ਖੜੀ ਹੈ, ਤੇ ਉਸ ਅੱਗੇ ਵਧ ਕੇ ਸ਼ਿਰਨੀ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ, ਸ਼ਿਰਨੀ, ਚਾਹ ਬਣਾਉਣੀ ਹੈ। ਆਇਆਂ ਦੀ 1-2 ਦਿਨ ਤਾਂ ਮਹਿਮਾਨੀ ਜ਼ਰੂਰ ਆਉਂਦੀ ਹੈ। ਸ਼ਹੂਰਾ ਤਾਂ ਚੌਂਕ ਕੇ ਇੰਨੇ ਨੂੰ ਰਸੋਈ ਖਾਨੇ ਵੱਲ ਚੁੱਪਕੇ ਹੀ ਟੁਰ ਗਿਆ, ਤੇ ਮਾਲਕ ਦੇ ਹੱਥ ਲੱਗਦਿਆਂ ਹੀ ਸ਼ਿਰਨੀ ਦੀ ਨੀਂਦਰ ਤਾਂ ਖੁੱਲ੍ਹ ਗਈ, ਪਰ ਨਿਰਬਲ ਸੀ। ਉੱਠਣ ਲੱਗੀ ਨੂੰ ਨੂਰ ਜੀ ਨੇ ਆਪਣੀਆਂ ਬਾਹਾਂ ਵਿੱਚ ਫੜ ਸਹਾਰਾ ਦੇ ਕੇ ਬਿਠਾ ਲਿਆ, ਤੇ ਸਵਾਣੀ ਨੂੰ ਕਿਹਾ, ਪਿਆਰੀ ਜੀ, ਤੁਸੀਂ ਵਹਿਲੇ ਵਹਿਲੇ ਇੱਕ ਪਿਆਲਾ ਗਰਮ ਸੜਦੀ ਸੜਦੀ ਚਾਹ ਦਾ ਲੈ ਆਓ। ਨੂਰ ਜੀ, ਸ਼ਿਰਨੀ, ਕੀ ਹੋਇਆ ਈ? ਸ਼ਿਰਨੀ ਜੀ, ਕੁਛ ਨਹੀਂ, ਮੈਂ ਤਾਂ ਸੌਂ ਗਈ ਸਾਂ। ਮੈਂ ਉੱਠਾਂ ਨਾ? ਛੱਡੋ ਨਾ, ਮੈਂ ਆਪ ਲਈ ਚਾਹ ਬਣਾ ਲਿਆਵਾਂ। ਨੂਰ ਜੀ, ਸ਼ਿਰਨੀ, ਇਸ ਵਕਤ ਤੂੰ ਆਪ ਸਾਰੀ ਦੀ ਸਾਰੀ ਰੱਬੀ ਸ਼ਰਬਤ ਹੋਈ ਹੈ, ਤੇ ਤੂੰ ਆਪ ਇੱਕ ਭਰਪੂਰ ਅੰਮ੍ਰਿਤ ਰੂਪ ਹੋਈ ਹੈ। ਤੂੰ ਹਾਲੇ ਉੱਠ ਨਾ, ਸਰੀਰ ਨਿਰਬਲ ਹੋ ਗਿਆ ਹੈ, ਖੁਸ਼ੀ ਦੀ ਅੱਤ ਹੋ ਚੁੱਕੀ ਹੈ। ਸ਼ਿਰਨੀ, ਹਾਏ, ਮੈਂ ਕੇਹੀ ਭੈੜੀ ਹਾਂ। ਮੈਂ ਅੱਜ ਮਾਲਕ ਦੇ ਘਰ ਆਉਣ ਦਾ ਪਹਿਲੀ ਪ੍ਰਭਾਤ ਵੀ ਸੁੱਤੀ ਰਹੀ। ਮੈਂ ਆਪਣੀ ਸੇਵਾ ਗੁਜ਼ਾਰ ਨਾ ਸਕੀ। ਮੇਰਾ ਰੋਜ਼ਾ ਨਮਾਜ਼ ਤਾਂ ਆਪ ਦੀ ਸੇਵਾ ਕਰਨਾ ਸੀ। ਮੇਰੀ ਨਮਾਜ਼ ਕਜ਼ਾ ਹੋ ਗਈ। ਹਾਏ ਹਾਏ, ਮੈਂ ਕੇਹੀ ਭੈੜੀ ਹਾਂ। ਹਾਏ, ਮੈਂ ਕੀ ਕਰਾਂ? ਰੋਣ ਲੱਗ ਪਈ, ਭੁੱਬਾਂ ਮਾਰ ਕੇ ਰੋਣ ਲੱਗ ਪਈ। ਨੂਰ ਜੀ, ਸ਼ਿਰਨੀ, ਤੂੰ ਆਪਣੀ ਕੀਮਤ ਆਪਣੇ ਅੱਥਰੂਆਂ ਵਿੱਚ ਰੋੜ ਰਹੀ ਹੈ। ਤੂੰ ਹਾਲਤ ਨੂੰ ਪਛਾਣ ਨਹੀਂ ਸਕੀ। ਸ਼ਿਰਨੀ, ਨਹੀਂ ਜੀ, ਤੁਸੀਂ ਸਫਰਾਂ ਝਾਕਦੇ ਥੱਕੇ ਮਾਂਦੇ ਆਏ, ਰਾਤੀ ਸੁੱਤੇ ਨਹੀਂ, ਤੇ ਮੈਂ ਸਵੇਰੇ ਸਾਰ ਚਾਹ ਦਾ ਪਿਆਲਾ ਵੀ ਹਾਜ਼ਰ ਨਹੀਂ ਕਰ ਸਕੀ। ਮੇਰੇ ਜਿਹਾ ਨਿਕਰਮਣ ਕੌਣ ਹੈ? ਨੂਰ ਜੀ, ਸ਼ਿਰਨੀ, ਤੇਰਾ ਸੋਹਣਾ ਬਰਫਾਨੀ ਪ੍ਰਭਾਵ ਵਰਗਾ ਰੂਪ ਮੇਰੇ ਜੀ ਦੀ ਖਾਤਰ ਬਸ ਕਾਫੀ ਹੈ। ਸਰੀਰ ਦੀਆਂ ਖਾਤਰਾਂ ਦੀ ਮੁੜ ਕਾਈ ਲੋੜ ਨਹੀਂ ਰਹਿ ਜਾਂਦੀ। ਸ਼ਿਰਨੀ, ਨਹੀਂ ਜੀ, ਹੱਥ ਅੱਗ ਨਾ ਬਾਲੀ, ਹੱਥ ਕਿਸ ਕੰਮ? ਮੂੰਹ ਨੇ ਫੂਕਾਂ ਨਾ ਮਾਰੀਆਂ, ਮੂੰਹ ਕਿਸ ਕੰਮ? ਦਿਲ ਨਾਲ ਚਾਹ ਨਾ ਤਿਆਰ ਕੀਤੀ, ਪਿਆਲੇ ਵਿੱਚ ਇੱਕ ਗੀਤ ਨਾ ਭਰਿਆ, ਦਿਲ ਕਿਸ ਕੰਮ? ਪੈਰਾਂ ਨਾਲ ਚੱਲ ਕੇ ਚਾਹ ਦੀ ਤਸ਼ਤਰੀ ਚੱਕੀ ਆਪਦੇ ਕਮਰੇ ਤੱਕ ਨਾ ਗਈ, ਪੈਰ ਕਿਸ ਕੰਮ? ਮੈਂ ਕਿਸ ਕੰਮ? ਹਾਂਜੀ, ਹਾਜ਼ਰ ਕਰਕੇ ਬੋਲੀ ਨਾ, ਜ਼ਬਾਨ ਕਿਸ ਕੰਮ? ਆਪ ਨੂੰ ਪੀਂਦਾ ਦੇਖ ਦੇਖ ਆਪਣੇ ਹੋਂਠਾਂ ਵਿੱਚ ਆਪ ਦੇ ਚਾਹ ਪੀਣ ਦੇ ਸਵਾਦ ਨੂੰ ਚਖਿਆ ਨਾ, ਹੋਂਠ ਕਿਸ ਕੰਮ? ਮੈਂ ਕਿਸ ਕੰਮ? ਮੈਂ ਕਿਸ ਕੰਮ? ਹਾਏ, ਮੁੜ ਭੁੱਬਾਂ ਮਾਰ ਕੇ ਰੋਣ ਲੱਗ ਪਈ। ਨੂਰ ਜੀ, ਸ਼ਿਰਨੀ, ਚਾਹ ਪੀ ਲੈ, ਤੇਰੀ ਸਵਾਣੀ ਲਿਆਈ ਹੈ। ਸ਼ਿਰਨੀ, ਸਵਾਣੀ ਜੀ, ਮੈਂ ਕਿਸ ਕੰਮ? ਸਵਾਣੀ, ਬੇਟਾ, ਸਭ ਕੰਮ ਤੂੰ ਹੀ ਕਰਨੇ ਹਨ। ਸ਼ਿਰਨੀ, ਨਹੀਂ ਜੀ, ਮੈਂ ਅੱਜ ਚਾਹ ਵੀ ਨਹੀਂ ਬਣਾ ਸਕੀ। ਸਵਾਣੀ, ਸ਼ਿਰਨੀ ਬੇਟਾ, ਚਾਹ ਪੀ ਲੈ। ਮਾਲਕ ਆਪ ਪਿਆਲਾ ਫੜਿਆ ਹੈ ਤੇ ਤੇਰੇ ਮੂੰਹ ਨਾਲ ਲਾ ਰਹੇ ਹਨ। ਚਾਹ ਦਾ ਘੁੱਟ ਭਰ ਕੇ ਤੇ ਨੂਰ ਜੀ ਵੱਲ ਨੈਣ ਖੋਲ ਕੇ ਤੱਕ ਕੇ, ਹੋਠ ਰੋਣ ਵਾਲੇ ਬੱਚੇ ਜੇ ਬਣਾ ਕੇ, ਘੁੱਲੇ ਚਿਹਰੇ ਤੇ ਰੂਹ ਵਾਲੀ ਸ਼ਿਰਨੀ ਪੁੱਛਦੀ ਹੈ, ਮਾਲਕ, ਅੱਜ ਮੈਨੂੰ ਕੀ ਹੋਇਆ ਹੈ? ਨੂਰ ਜੀ, ਤੇਰੇ ਉੱਪਰ ਅੱਜ ਅੱਲਾ ਦੀ ਨਜ਼ਰ ਹੋਈ ਹੈ। ਤੂੰ ਅੱਜ ਰੱਬ ਪਾਸ ਉੱਚੀ ਬੈਠੀ ਹੈ। ਸ਼ਿਰਨੀ, ਸਵਾਣੀ ਜੀ, ਤੁਸਾਂ ਚਾਹ ਪੀ ਲਈ ਹੈ?
ਸਵਾਣੀ, ਸ਼ੀਰਨੀਏ ਤੇਰੇ ਦੀਦਾਰ ਪੀਤੇ ਹਨ, ਅੱਜ ਦੀ ਚਾਹ ਦੀ ਕਾਈ ਲੋੜ ਨਹੀਂ, ਮੇਰੀ ਜਿੰਦ ਤੂੰ ਨਿੱਘੀ ਕੀਤੀ ਹੈ। ਚਾਹ ਦਾ ਪਿਆਲਾ ਪੀ ਕੇ ਆਪਣੇ ਬਲ ਵਿੱਚ ਆ ਗਈ। ਹਰਨੋਟੀ ਵਾਂਗ ਇੱਕ ਛਾਲ ਮਾਰ ਸਵਾਣੀ ਦੇ ਗੱਲੇ ਜਾ ਲੱਗੀ ਤੇ ਠੰਡੇ ਸਾਹ ਲੈ ਕਹਿਣ ਲੱਗੀ, ਸਵਾਣੀ ਜੀ ਤੂੰ ਮੇਰੀ ਮਾਂ, ਮੈਂ ਤੇਰੀ ਧੀ ਹਾਂ, ਹੁਣ ਗੁਲਾਮ ਨਹੀਂ। ਸਵਾਣੀ, ਸ਼ਿਰਨੀ ਤੂੰ ਗੁਲਾਮ ਕਦੀ ਵੀ ਨਹੀਂ ਸੀ, ਸਦਾ ਮੇਰੀ ਧੀ ਸੈਂ। ਤੈਨੂੰ ਦੱਸ ਹਾਂ ਕਦੀ ਕੋਈ ਖੇਚਲ ਮੈਥੀ ਪਹੁੰਚੀ ਹੈ? ਸ਼ਿਰਨੀ, ਨਹੀਂ ਜੀ, ਮੈਂ ਤਾਂ ਆਪ ਪਾਸ ਸਦਾ ਸੁਖੀ ਹਾਂ। ਮਾਵਾਂ ਧੀਆਂ ਨਾਲ ਕੀ ਕਰਦੀਆਂ ਹਨ? ਵਿਆਹੀਆਂ ਜਾਣ ਤੇ ਲੋਕੀ ਉਹਨਾਂ ਨਾਲ ਹਿਸਾਬ ਕਰਦੇ ਹਨ, ਹਿਸਾਬ ਵਿੱਚ ਵਰਤਦੇ ਹਨ, ਉਹ ਬੇਗਾਨੀਆਂ ਹੋ ਜਾਂਦੀਆਂ ਹਨ। ਤੁਸੀਂ ਸਦਾ ਮੇਰੇ ਨਾਲ ਬੇਹਿਸਾਬੀਆਂ ਲਾਡ ਮੁਰਾਦਾਂ ਕਰਦੇ ਹੋ। ਤਿੰਨੇ ਅੰਦਰ ਦੇ ਕਮਰੇ ਵੱਲ ਗਏ। ਅੱਗੇ ਸ਼ਹੂਰੇ ਨੇ ਚਾਹ ਬਣਾ ਕੇ ਰੱਖੀ ਤਰੀ ਸੀ। ਸਵਾਣੀ ਨੇ ਪਹਿਲਾਂ ਸ਼ਹੂਰੇ ਨੂੰ ਪੁੱਛਿਆ, ਕਿਉਂ ਬਈ ਤੂੰ ਚਾਹ ਪੀ ਲਈ ਹੈ? ਅੰਮਾ ਜੀ ਬਣੀ ਤਰੀ ਹੈ। ਅੱਛਾ ਜਾਓ ਪੀਓ, ਬੜੀ ਠੰਡ ਹੈ। ਸ਼ਹੂਰਾ ਕੁਝ ਘਬਰਾ ਜਿਹਾ ਗਿਆ। ਸ਼ਿਰਨੀ ਵੱਲ ਨੀਝ ਲਾ ਕੇ ਤੱਕਿਆ ਸੂ। ਸ਼ਿਰਨੀ ਹੱਸ ਪਈ ਤੇ ਉਸਨੂੰ ਹੱਸਦਾ ਦੇਖ ਸ਼ਹੂਰਾ ਆਪਣੇ ਕਮਰੇ ਵਿੱਚ ਚਾਹ ਪੀਣ ਚਲਾ ਗਿਆ। ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।